जब आसा अंदेसा तबही। ਇਹ ਬਾਬੇ ਨਾਨਕ ਦੇ ਬਹੁਤ ਹੀ ਪਿਆਰੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚੋਂ ਤੁਕਾਂ ਹਨ। ਅਖੀਰਲੀਆਂ ਪੰਕਤੀਆਂ ਦੁਆਰਾ ਉਹ ਜਵਾਬ ਦੇ ਰਹੇ ਹਨ, ਉੱਤਰ ਦੇ ਰਹੇ ਹਨ। ਤੇ ਸ਼ਬਦ ਦੇ ਸ਼ੁਰੂਆਤ ਦੇ ਵਿੱਚ ਪ੍ਰਸ਼ਨ ਹੈ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਖਿਆਲ ਕਰੋ, ਤੁਹਾਡੇ ਖਿਆਲ ਵਿੱਚ ਆ ਸਕੇ। ਹੇਠਲੀਆਂ ਪੰਕਤੀਆਂ ਹਨ। ਜਬ ਆਸਾ ਅੰਦੇਸਾ ਤਬਹੀ, ਕਿਉਂ ਕਰ ਏਕ ਕਹੈ। ਆਸਾ ਭੀਤਰ ਰਹਿ ਨਿਰਾਸਾ, ਤਉ ਨਾਨਕ ਏਕ ਮਿਲੈ। ਇਨ ਬਿਦ ਸਾਗਰ ਤਰੀਐ, ਜੀਵ ਤਿਆ ਇਉ ਮਰੀਐ। ਇਹ ਉੱਤਰ ਹੈ। ਪ੍ਰਸ਼ਨ ਉੱਪਰ ਸ਼ਬਦ ਦੇ ਸ਼ੁਰੂਆਤ ਵਿੱਚ ਹੈ। ਕਿਨ ਬਿਦ ਸਾਗਰ ਤਰੀਏ, ਜੀਵ ਤਿਆ ਨਹਿ ਮਰੀਏ। ਰਾਹਾ। ਪ੍ਰਸ਼ਨ ਇਹ ਹੈ ਵੀ ਕਿਨ ਬਿਦ ਸਾਗਰ ਤਰੀਏ, ਕਿੱਦਾਂ ਸਾਗਰ ਤਰੀਏ। ਜੀਵ ਤਿਆ ਨਹਿ ਮਰੀ, ਜਿੰਨਾ ਚਿਰ ਜੀਂਦੇ ਜੀ ਮਰੀਏ ਨਾ, ਉਹਨਾਂ ਚਿਰ ਤਰੀਏ ਕਿਵੇਂ। ਪਰ ਜ਼ਿਆਦਾਤਰ ਆਦਮੀ ਦੀ ਜਿਵੇਂ ਆਦਤ ਹੈ ਬਚਪਨ ਤੋਂ ਹੀ, ਵੀ ਉਹ ਉੱਤਰ ਛੇਤੀ ਪਕੜਦਾ ਹੈ। ਜਿਵੇਂ ਛੋਟੇ ਬੱਚੇ ਹਨ ਸਕੂਲ ਦੇ ਵਿੱਚ ਪੜ੍ਹਨ ਵਾਲੇ, ਤੋ ਸਵਾਲ ਨੂੰ ਨਹੀਂ ਸਮਝਦੇ ਹਨ ਜ਼ਿਆਦਾਤਰ। ਉਹ ਜੋ ਕਿਤਾਬ ਦੇ ਪਿੱਛੇ ਉੱਤਰ ਲਿਖਿਆ ਹੁੰਦਾ ਹੈ ਨਾ, ਉਹਨੂੰ ਯਾਦ ਕਰ ਲੈਂਦੇ ਹਨ। ਤੇ ਜਦੋਂ ਪੇਪਰ ਪੈਂਦੇ ਹਨ, ਉਦੋਂ ਸਿਰਫ ਉੱਤਰ ਲਿਖਿਆ ਹੋਇਆ ਹੀ ਉੱਥੇ ਕੰਮ ਨਹੀਂ ਆਉਂਦਾ। ਪਹਿਲਾਂ ਸਵਾਲ ਵੀ ਸਮਝਣਾ ਜ਼ਰੂਰੀ ਹੈ। ਏਦਾਂ ਹੀ ਜ਼ਿੰਦਗੀ ਦੇ ਵਿੱਚ ਹੈ। ਜ਼ਿਆਦਾਤਰ ਧਾਰਮਿਕ ਲੋਕ ਉੱਤਰ ਯਾਦ ਕਰ ਲੈਂਦੇ ਹਨ। ਤੇ ਉੱਤਰ ਤੇ ਯਾਦ ਹੋ ਜਾਂਦੇ ਹਨ ਉਹਨਾਂ ਨੂੰ। ਫਿਰ ਜਦੋਂ ਆਖਰੀ ਪੇਪਰ ਪੈਂਦਾ ਹੈ ਨਾ ਜ਼ਿੰਦਗੀ ਦਾ, ਉਦੋਂ ਉੱਤਰ ਕੰਮ ਨਹੀਂ ਆਉਂਦੇ ਹਨ, ਕਿਉਂਕਿ ਉੱਤਰ ਸਿਰਫ ਯਾਦ ਕੀਤੇ ਹੋਏ ਹਨ। ਜੀਵਨ 'ਚੋਂ ਉੱਤਰ ਆਉਣਾ ਚਾਹੀਦਾ ਹੈ। ਤੇ ਜੀਵਨ 'ਚੋਂ ਉਦੋਂ ਉੱਤਰ ਆਵੇਗਾ ਜਦੋਂ ਜੀਵਨ ਦੇ ਵਿੱਚ ਪ੍ਰਸ਼ਨ ਉੱਠੇਗਾ ਤੁਹਾਡੇ ਜੀਵਨ ਵਿੱਚੋਂ, ਤਾਂ ਉਹਦੇ ਵਿੱਚੋਂ ਹੀ ਉੱਤਰ ਆਵੇਗਾ ਨਾ। ਬਾਹਰੋਂ ਉੱਤਰ ਯਾਦ ਕੀਤੇ ਹੋਏ ਤੇ ਯਾਦ ਹੀ ਰਹਿਣਗੇ। ਉੱਤਰ ਤੇ ਤੁਹਾਨੂੰ ਇੱਧਰੋਂ ਵੀ ਮਿਲ ਹੀ ਰਹੇ ਹਨ। ਤੁਸੀਂ ਪੁੱਛਦੇ ਹੋ, ਸਵਾਲ ਮਨ ਦੇ ਵਿੱਚ ਚੱਲਦੇ ਹਨ, ਹਰ ਇੱਕ ਦੇ ਚੱਲਦੇ ਹਨ, ਉੱਤਰ ਵੀ ਮਿਲ ਜਾਂਦੇ ਹਨ। ਪਰ ਉੱਤਰ ਯਾਦ ਕੀਤੇ ਹੋਏ ਕੰਮ ਥੋੜ੍ਹੀ ਆਉਂਦੇ ਹਨ। ਉੱਤਰ ਤੁਹਾਡੇ ਜੀਵਨ 'ਚੋਂ ਮਿਲਣੇ ਚਾਹੀਦੇ, ਤੇ ਜੀਵਨ 'ਚੋਂ ਉਦੋਂ ਮਿਲਣਗੇ ਜਦੋਂ ਪ੍ਰਸ਼ਨ ਜੀਵਨ ਦੇ ਵਿੱਚੋਂ ਉੱਠੇਗਾ। ਕਿਨ ਬਿਦ ਸਾਗਰ ਤਰੀ, ਜੀਵ ਤਿਆ ਨਹਿ ਮਰੀ।
ਕਿਵੇਂ ਸਾਗਰ ਤਰੀ, ਕਿੱਦਾਂ ਤਰੀਏ ਸਾਗਰ। ਜੀਵਤਿਆਂ ਨਹਿ ਮਰੀ, ਜਿੰਨਾ ਚਿਰ ਜੀਂਦੇ ਜੀ ਮਰੀਏ। ਤੇ ਮਰਨਾ ਕਿਵੇਂ ਹੈ ਜੀਂਦੇ ਜੀ। ਕਿਵੇਂ ਤਰਨਾ ਹੈ ਸਾਗਰ। ਪਹਿਲਾਂ ਉਹ ਜੋ ਸਾਗਰ ਹੈ ਨਾ, ਇਹਦਾ ਵਿਵਰਣ ਕਰਦੇ ਹਨ। ਇਹ ਸਾਗਰ ਕੈਸਾ ਹੈ। ਤੇ ਸਾਗਰ ਫਿਰ ਤਰਨਾ ਕਿਵੇਂ ਹੈ, ਉਹ ਅਖੀਰਲੀਆਂ ਪੰਕਤੀਆਂ ਦੇ ਵਿੱਚ ਫਿਰ ਉੱਤਰ ਦਿੰਦੇ ਆ। ਪਹਿਲਾਂ ਸ਼ੁਰੂਆਤੀ ਪੰਕਤੀਆਂ ਨੂੰ ਥੋੜ੍ਹਾ ਜਿਹਾ ਖਿਆਲ ਵਿੱਚ ਲਾਓ। ਜਿਤ ਦਰ ਵਸਹਿ ਕਵਨ ਦਰ ਕਹੀਐ, ਦਰਾਂ ਭੀਤਰ ਦਰ ਕਵਨ ਲਹੈ। ਜਿਸ ਦਾ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ। ਕਹਿੰਦੇ ਹਨ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੈ। ਜਿਹੜੇ ਦਰ ਤੇ ਉਹ ਵਸਦਾ ਹੈ, ਉਸ ਦਰ ਨੂੰ ਕਿਵੇਂ ਕਵਾਂ, ਕਿਉਂਕਿ ਉਹ ਦਰਾਂ ਦੇ ਭੀਤਰ ਦਰ ਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਉਸ ਦਰ ਦੇ ਕਾਰਨ ਮੈਂ ਉਦਾਸ ਫਿਰਦਾ ਹਾਂ ਸੰਸਾਰ ਵੱਲ। ਉਸ ਦਰ ਨੂੰ ਕੋਈ ਆਣ ਕੇ ਮੈਨੂੰ ਕਹੇ ਵੀ ਉਹ ਦਰ ਇਸ ਪਾਸੇ ਹੈ, ਤੇ ਇਵੇਂ ਉਸ ਦਰ ਵੱਲ ਨੂੰ ਚੱਲਿਆ ਜਾਂਦਾ ਹੈ ਜਾਂ ਉਸ ਘਰ ਵੱਲ ਨੂੰ ਚੱਲਿਆ ਜਾਂਦਾ ਹੈ। ਸੋ ਘਰ ਸੋ ਦਰ ਕੀਹਾ, ਸੋ ਘਰ ਕੀਹਾ ਜਿਤ ਬਹਿ ਸਰਬ ਸੰਭਾਲ। ਉਹ ਦਰ ਵੱਲ, ਦਰਾਂ ਭੀਤਰ ਦਰ ਲਹੈ। ਜਿਵੇਂ ਹੈ ਨਾ ਕੋਠੜੇ ਮੇਂ ਕੋਠੜੀ ਪਰਮ ਕੋਠੀ ਵਿਚਾਰ, ਕੋਠੜੇ ਦੇ ਵਿੱਚ ਕੋਠੜੀ ਤੇ ਫਿਰ ਕੋਠੜੀ। ਏਦਾਂ ਦਰ ਦੇ ਪਿੱਛੇ ਦਰ, ਦਰ ਦੇ ਪਿੱਛੇ ਫਿਰ ਦਰ, ਦਰ ਦੇ ਭੀਤਰ ਦਰ, ਦਰ ਦੇ ਭੀਤਰ ਫਿਰ ਦਰ। ਅੰਦਰ ਹੈ ਦਰ। ਪਹਿਲਾਂ ਬਾਹਰ ਦੇ ਦਰਵਾਜ਼ੇ ਹਨ, 9 ਦਰਵਾਜ਼ੇ ਕਿਹਾ ਹੈ, ਇਹਨਾਂ ਦੇ ਅੰਦਰ ਫਿਰ ਦਰਵਾਜ਼ੇ ਹਨ। ਦਰ ਹੈ, ਉਸ ਦਰ ਦੇ ਅੰਦਰ ਫਿਰ ਇੱਕ ਹੋਰ ਦਰ ਹੈ। ਉਹ ਦਰ ਕਿਹੜੇ ਹਨ, ਤੋ ਦਰਾਂ ਨੂੰ ਤੁਸੀਂ ਕਿਵੇਂ ਲੰਘ ਸਕਦੇ ਹੋ ਤੇ ਕਿਵੇਂ ਉਸ ਆਸਣ ਤੇ ਪਹੁੰਚ ਸਕਦੇ ਹੋ ਜਿੱਥੇ ਉਹ ਸਤਿਪੁਰਖ ਰਹਿੰਦਾ ਹੈ। ਕਹਿੰਦੇ ਹਨ ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ। ਮਾਇਆ ਜਲ ਖਾਈ ਪਾਣੀ ਘਰ ਬਾਧਿਆ, ਸਤ ਕੇ ਆਸਣ ਪੁਰਖ ਰਹਿ। ਦੁੱਖ ਦਰਵਾਜ਼ਾ, ਦਰਵਾਜ਼ਾ ਹੈ ਦੁੱਖ। ਰੋਹ ਰਖਵਾਲਾ, ਕ੍ਰੋਧ ਜਿਹੜਾ ਰਖਵਾਲਾ ਹੈ। ਆਸਾ ਅੰਦੇਸਾ ਦੋਏ ਪਟ ਜੜੇ। ਆਸਾ ਤੇ ਅੰਦੇਸਾ ਦਰਵਾਜ਼ੇ ਦੇ ਦੋਵੇਂ ਤਖਤੇ ਹਨ, ਜਿਨ੍ਹਾਂ ਦੁਆਰਾ ਦਰਵਾਜ਼ਾ ਬੰਦ ਹੁੰਦਾ ਹੈ। ਆਸਾ ਤੇ ਅੰਦੇਸਾ ਦੋਏ ਪਟ ਜੜੇ।
ਦੁੱਖ ਦਰਵਾਜ਼ਾ। ਦੁੱਖ ਦਰਵਾਜ਼ਾ ਕਿਉਂ ਕਿਹਾ ਹੈ? ਕਿਉਂਕਿ ਦੁੱਖ ਤੋਂ ਛੁਟਕਾਰੇ ਵਾਸਤੇ, ਦੁੱਖ ਨਾ ਆ ਜਾਵੇ ਜ਼ਿੰਦਗੀ ਦੇ ਵਿੱਚ, ਦੁਖੀ ਨਾ ਹੋ ਜਾਈਏ, ਇਹੋ ਹੀ ਖਿਆਲ ਹੈ ਨਾ ਤੁਹਾਨੂੰ। ਦੁੱਖ ਨਾ ਆਵੇ, ਪਰੇਸ਼ਾਨੀ ਨਾ ਆਵੇ, ਕੋਈ ਬਿਪਤਾ ਨਾ ਆਵੇ, ਤੇ ਦੁੱਖ ਨੂੰ ਬਚਣ ਵਾਸਤੇ ਤੁਸੀਂ ਆਸਾ ਕਰਦੇ ਹੋ। ਆਸਾ ਤੇ ਦੁੱਖ ਤੇ ਬਚਣ ਵਾਸਤੇ ਕਰਦੇ ਹੋ ਨਾ, ਵੀ ਹੁਣ ਦੁੱਖ ਸੁੱਖ ਨਹੀਂ ਮਿਲਿਆ ਹੈ ਕੋਈ ਬਹੁਤਾ, ਅੱਗੇ ਮਿਲੇਗਾ, ਅੱਗੇ ਦੁੱਖ ਘੱਟ ਹੋਵੇਗਾ, ਹੋਰ ਦੁੱਖ ਤੋਂ ਬਚਾਂਗੇ, ਹੋਰ ਜ਼ਿੰਦਗੀ 'ਚ ਲਾਈਫ 'ਚ ਰਸ ਆਵੇਗਾ, ਮਜ਼ਾ ਆਵੇਗਾ। ਇਹੋ ਹੀ ਕਾਂਸ਼ਾ ਹੈ ਨਾ ਹਰ ਇੱਕ ਦੀ। ਦੁੱਖ ਨੂੰ ਘੱਟ ਕਰਨਾ ਚਾਹੁੰਦਾ ਹੈ ਆਦਮੀ, ਤੇ ਸੁੱਖ ਨੂੰ ਪਾਉਣਾ ਚਾਹੁੰਦਾ ਹੈ। ਇਸੇ ਆਸ਼ਾ ਵਿੱਚ ਹੀ ਜੀਂਦਾ ਹੈ ਨਾ। ਤੇ ਇਹ ਆਸਾ ਜਦੋਂ ਪੂਰੀ ਨਹੀਂ ਹੁੰਦੀ ਹੈ, ਉਦੋਂ ਪਰੇਸ਼ਾਨੀ ਵੀ ਹੁੰਦੀ ਹੈ, ਬੇਚੈਨੀ ਵੀ ਹੁੰਦੀ ਹੈ। ਫਿਰ ਇਸ ਆਸਾ ਦੇ ਵਿੱਚ ਕੋਈ ਰੁਕਾਵਟ ਪਾਉਂਦਾ ਹੈ ਤੇ ਰੋਹ ਰਖਵਾਲਾ, ਉਹਦੇ ਤੇ ਕਰੋਧ ਆਉਂਦਾ ਹੈ। ਉਹ ਰਖਵਾਲਾ ਹੈ, ਉਹ ਪਿੱਛੇ ਹਟਾ ਦਿੰਦਾ ਹੈ, ਮੇਰੇ ਰਸਤੇ ਦੇ ਵਿੱਚ ਨਾ ਆ, ਮੈਂ ਸੁੱਖ ਪਾ ਕੇ ਹੀ ਛੱਡਣਾ ਹੈ, ਮੈਂ ਮਹਿਲ ਬਣਾ ਕੇ ਹੀ ਛੱਡਣੇ ਹਨ, ਮੈਂ ਜੋ ਚਾਹੁੰਦਾ ਹੈ ਉਹ ਕਰਕੇ ਹੀ ਹਟਣਾ ਹੈ। ਤੂੰ ਕੌਣ ਹੁੰਨਾ ਹੈ ਵਿੱਚ ਆਉਣ ਵਾਲਾ ਜਾਂ ਵਿੱਚ ਆਉਣ ਵਾਲੇ? ਉਹਨੂੰ ਗੁੱਸਾ ਆਉਂਦਾ ਹੈ ਆਪਣੀ ਆਸਾ ਦੇ ਵਿੱਚ, ਕਾਮਨਾ ਦੇ ਵਿੱਚ, ਚਾਹਤ ਦੇ ਵਿੱਚ ਅਗਰ ਕੋਈ ਆਵੇ ਤਾਂ। ਤੇ ਚਾਹਤ ਕਾਮਨਾ ਜੋ ਵੀ ਤੁਸੀਂ ਕਰਦੇ ਹੋ, ਕਾਹਦੇ ਕਰਕੇ ਕਰਦੇ ਹੋ? ਸੁਖੀ ਰਹਿਣ ਵਾਸਤੇ ਹੀ ਕਰਦੇ ਹੋ ਨਾ। ਤੇ ਏਦਾਂ ਹੋ ਜਾਵੇਗਾ ਤੇ ਸੁੱਖ ਮਿਲੇਗਾ। ਜਿਵੇਂ ਛੋਟਾ ਬੱਚਾ ਸੋਚਦਾ ਹੈ ਬੜਾ ਹੋ ਜਾਊਂਗਾ ਤੇ ਸੁੱਖ ਮਿਲੂਗਾ, ਕਿਉਂਕਿ ਹੁਣ ਮਾਤਾ ਪਿਤਾ ਨੂੰ ਪੁੱਛ ਕੇ ਕਰਨਾ ਪੈਂਦਾ ਹੈ, ਸਭ ਕੁਛ ਜਾਣਾ ਪੈਂਦਾ ਹੈ, ਆਉਣਾ ਪੈਂਦਾ ਹੈ। ਗੁਲਾਮੀ ਦੀ ਤਰ੍ਹਾਂ ਹੁੰਦਾ ਹੈ, ਬੱਚਾ ਸੋਚਦਾ ਹੈ ਗੁਲਾਮ। ਜਦੋਂ ਮੈਂ ਆਜ਼ਾਦ ਹੋ ਗਿਆ, ਮਾਤਾ ਪਿਤਾ ਤੋਂ ਸੁਤੰਤਰ ਹੋ ਗਿਆ, ਫਿਰ ਕਿੰਨਾ ਨਾ ਸੁੱਖ ਹੋਊਗਾ। ਤੇ ਜਦੋਂ ਉਹ ਆਜ਼ਾਦ ਹੁੰਦਾ ਹੈ, ਉਹਨੇ ਚਿਰ ਨੂੰ ਫਿਰ ਮਾਤਾ ਪਿਤਾ ਦੂਸਰੀ ਗੁਲਾਮੀ ਉਹਦੇ ਗਲ ਦੇ ਵਿੱਚ ਪਾ ਦਿੰਦੇ ਹਨ, ਜਿਹੜੀ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਰੱਸਾ ਪਾ ਦਿੰਦੇ ਹਨ, ਕਹਿੰਦੇ ਹਨ ਨਾ, ਰੱਸਾ ਪਾ ਦਿਓ ਇਹਦੇ ਮੁੰਡੇ ਦੇ ਲੱਤ ਦੇ ਵਿੱਚ, ਭੱਜੇ ਨਾ ਕਿਤੇ। ਤੇ ਉਹ ਫਿਰ ਰੱਸੇ ਦੇ ਨਾਲ ਵੱਝ ਜਾਂਦਾ ਹੈ, ਹੋਰ ਵੀ ਜ਼ਿਆਦਾ ਗੁਲਾਮ ਹੋ ਜਾਂਦਾ ਹੈ ਮਾਤਾ ਪਿਤਾ ਨਾਲੋਂ। ਕਿਉਂਕਿ ਪਹਿਲਾਂ ਤੇ ਪਰਤੰਤਰਤਾ ਮਾਤਾ ਪਿਤਾ ਵੱਲੋਂ ਸੀ, ਹੁਣ ਉਹ ਖੁਦ ਪਰਤੰਤਰ ਹੋਣ ਨੂੰ ਤਿਆਰ ਹੁੰਦਾ ਹੈ, ਮੋਹਗ੍ਰਸਤ ਹੋ ਜਾਂਦਾ। ਫਿਰ ਬੱਚੇ ਹੋ ਜਾਂਦੇ ਹਨ, ਸੋਚਦਾ ਹੈ ਬੱਚੇ ਬੜੇ ਹੋ ਗਏ, ਵਿਆਹ ਹੋ ਜਾਣਗੇ, ਫਿਰ ਸੁੱਖ ਲਊਂਗਾ, ਸੁੱਖ ਮਾਣੂੰਗਾ। ਏਦਾਂ ਆਸਾ ਕਰਦਾ ਰਹਿੰਦਾ ਹੈ ਆਦਮੀ, ਤੇ ਆਸਾ ਦੁਆਰਾ ਹੀ ਚੱਲਦਾ ਰਹਿੰਦਾ ਹੈ। ਤੇ ਦੁੱਖ ਦਰਵਾਜ਼ਾ, ਦੁੱਖ ਦੀ ਵਾਸ਼ਨਾ ਹੀ ਤੁਹਾਨੂੰ ਕਹਿ ਲਈਏ ਨਰਕ ਵੱਲ ਲੈ ਕੇ ਜਾਂਦੀ ਹੈ। ਸੁੱਖ ਦੀ ਵਾਸ਼ਨਾ, ਦੁੱਖ ਤੋਂ ਹਟਣ ਦੀ ਵਾਸ਼ਨਾ ਕਹਿ ਲਈਏ, ਜਾਂ ਸੁੱਖ ਦੀ ਵਾਸ਼ਨਾ ਕਹਿ ਲਈਏ। ਦੁੱਖ ਨਾ ਆ ਜਾਵੇ, ਹਰ ਵਕਤ ਹਰ ਖਿਆਲ ਤੁਹਾਡਾ ਇਹੋ ਹੀ ਹੁੰਦਾ ਹੈ, ਭਾਵੇਂ ਤੁਸੀਂ ਕੁਛ ਵੀ ਕਰੋ, ਗਹਿਰੇ ਤਲ ਤੇ ਖਿਆਲ ਹੁੰਦਾ ਹੈ। ਤੁਸੀਂ ਦੁਖੀ ਥੋੜ੍ਹਾ ਹੋਣਾ ਚਾਹੁੰਦੇ, ਪਰੇਸ਼ਾਨ ਥੋੜ੍ਹੀ ਹੋਣਾ ਚਾਹੁੰਦੇ, ਕੋਈ ਵੀ ਨਹੀਂ ਹੋਣਾ ਚਾਹੁੰਦਾ। ਨਾ ਸਰੀਰ ਕਰਕੇ ਦੁਖੀ ਹੋਣਾ ਚਾਹੁੰਦੇ ਹੋ, ਨਾ ਮਨ ਕਰਕੇ ਪਰੇਸ਼ਾਨ ਹੋਣਾ ਚਾਹੁੰਦੇ। ਤੇ ਸੋਚਦੇ ਇਸੇ ਕਾਰਨ ਹੀ ਹੋ ਨਾ, ਆਸਾ ਕਰਦੇ ਹੋਰ ਸੁੱਖ ਮਿਲੇਗਾ, ਹੋਰ ਵਧੀਆ ਲੱਗੇਗਾ ਆਉਣ ਵਾਲਾ ਸਮਾਂ। ਤੇ ਦੁੱਖ ਤੋਂ ਛੁਟਕਾਰਾ ਪਾਉਣ ਦੀ ਇੱਛਾ, ਆਸਾ, ਉਹਦੇ ਵਿੱਚ ਪੈਦਾ ਹੁੰਦਾ ਹੈ ਅੰਦੇਸਾ। ਇਹ ਦੋ ਪੱਟ ਜੜੇ ਆ। ਤੇ ਕ੍ਰੋਧ ਜਿਹੜਾ ਉਹ ਰਖਵਾਲਾ ਹੈ, ਕ੍ਰੋਧ ਦੁਆਰਾ ਤੁਸੀਂ ਪਾਸੇ ਹਟਾ ਦਿੰਦੇ ਹੋ ਬਾਕੀਆਂ, ਵੀ ਚੱਲਣ ਦਿਓ ਸਾਨੂੰ ਅੱਗੇ, ਹੋਰ
ਹੋਰ ਸੁੱਖ ਪਾਉਣੇ ਹਨ, ਹੋਰ ਬਹੁਤ ਕੁਛ ਪਾਉਣਾ ਹੈ ਸੰਸਾਰ ਵਿੱਚ। ਫਿਰ ਕਹਿੰਦੇ ਹਨ, ਮਾਇਆ ਜਲ ਖਾਈ ਪਾਣੀ ਘਰ ਬਾਧਿਆ, ਸਤ ਕੇ ਆਸਣ ਪੁਰਖ ਰਹਿ। ਮਾਇਆ ਜਲ ਖਾਈ ਪਾਣੀ ਘਰ ਬਾਧਿਆ। ਮਾਇਆ ਦੇ 4 ਚੁਫੇਰੇ ਖਾਈ ਹੈ, ਤੇ ਖਾਈ ਵੀ ਜਿਹੜੀ ਐਸੀ ਹੈ ਨਾ, ਵੀ ਜਿਹੜੀ ਜਲ ਰਹੀ ਹੈ ਉਹਦੇ ਵਿੱਚ ਵੀ ਅਗਨ ਹੈ। ਪਾਣੀ ਘਰ ਬਾਧਿਆ, ਉਹ ਜਿਹੜਾ ਪਾਣੀ ਹੈ ਨਾ ਉਹਦੇ ਵਿੱਚ, ਉਹਦੇ ਵਿਚਾਲੇ ਤੁਸੀਂ ਆਪਣਾ ਘਰ ਬਣਾਇਆ ਹੋਇਆ। ਜਿਵੇਂ ਕਿਹਾ ਹੈ ਨਾ, ਅਗਨ ਸਾਗਰ ਅਥਾਹ ਲਹਿਰ ਮੇ ਤਾਰੋ ਤਾਰ ਨਹਾਰੇ। ਅੱਗ ਦਾ ਸਾਗਰ ਕਿਹਾ ਹੈ ਨਾ ਸੰਸਾਰ, ਏਦਾਂ ਹੀ ਹੁਣ ਅੱਗ ਦੀ ਖਾਈ ਹੈ 4 ਚੁਫੇਰੇ, ਉਹਦੇ ਵਿੱਚ ਪਾਣੀ ਹੈ, ਤੇ ਪਾਣੀ ਦਾ ਕੀ ਹਾਲ ਹੁੰਦਾ ਹੋਵੇ, ਤਾਂ ਉਸ ਪਾਣੀ ਦੇ ਵਿਚਾਲੇ ਤੁਸੀਂ ਬੈਠੇ ਹੋਏ ਹੋ, ਖੌਲਦੇ ਹੋਏ ਪਾਣੀ ਦੇ ਵਿੱਚ। ਤਦੇ ਕਿਹਾ ਹੈ ਨਾ, ਜੈਸੀ ਮਾਇਆ ਉਦਰ में ही तैसी बाहर माया। ਕਹਿੰਦੇ ਜੈਸੀ ਅਗਨ ਉਦਰ में ही ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਮਾਂ ਦੇ ਗਰਭ ਦੇ ਵਿੱਚ ਕੀ ਹੁੰਦਾ, ਪਾਣੀ ਹੁੰਦਾ ਹੈ ਨਾ 4 ਚੁਫੇਰੇ, ਬਹੁਤ ਗਰਮ। ਕਹਿੰਦੇ ਪਾਣੀ ਵੀ ਵੈਸਾ ਹੀ ਹੁੰਦਾ ਹੈ ਖਾਰਾ, ਬੱਚੇ ਦੇ 4 ਚੁਫੇਰੇ ਜੋ ਝਿੱਲੀ ਹੁੰਦੀ ਹੈ ਨਾ ਉਹਦੇ ਵਿੱਚ ਪਾਣੀ ਹੁੰਦਾ, ਉਹ ਖਾਰਾ ਹੁੰਦਾ ਸਮੁੰਦਰ ਵਰਗਾ। ਉਹਦੇ ਵਿੱਚ ਬੱਚਾ ਤੈਰਦਾ ਹੈ, ਉਹਦੇ ਵਿੱਚ ਬੈਠਾ ਹੋਇਆ, ਤੇ ਉਹਨੂੰ ਸੇਕ ਤੇ ਨਹੀਂ ਲੱਗਦਾ ਹੈ ਕਿਉਂਕਿ ਲਿਵ ਜੁੜੀ ਹੋਈ ਹੈ। ਪਰ ਤੁਹਾਡਾ ਵੀ ਉਹੀ ਹਾਲ ਹੈ, ਤੁਹਾਡੀ ਲਿਵ ਜੁੜੀ ਨਹੀਂ ਹੋਈ ਹੈ, ਤੁਸੀਂ ਬਾਹਰ ਹੋ ਖਾਈ ਤੋਂ, ਉਹ ਖਾਈ ਦੇ ਅੰਦਰ ਹੈ। ਜੇ ਬਾਹਰ ਗਿਆ ਨਹੀਂ, ਬਾਹਰ ਆਊਗਾ ਤੇ ਫੇਰ ਹੀ ਬਾਹਰ ਜਾਊਗਾ ਨਾ। ਤੁਸੀਂ ਬਾਹਰ ਹੋ ਖਾਈ ਤੋਂ, ਤੇ ਖਾਈ ਨੂੰ ਫਿਰ ਲੰਘ ਕੇ ਫਿਰ ਅੰਦਰ ਪ੍ਰਵੇਸ਼ ਕਰਨਾ ਹੈ। ਸਤ ਕੇ ਆਸਣ ਪੁਰਖ ਹੈ। ਤੇ ਖਾਈ ਨੂੰ ਲੰਘਣਾ ਕਿਵੇਂ ਹੈ, ਖਾਈ ਨੂੰ ਪਾਰ ਕਿਵੇਂ ਕਰਨਾ ਹੈ, ਇਹੋ ਹੀ ਅਖੀਰਲੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਹੈ ਵੀ ਜਿੰਨਾ ਚਿਰ ਜਬ ਲਗ ਆਸਾ ਅੰਦੇਸਾ ਤਬਹੀ ਕਿਉਂ ਕਰ ਏਕ ਕਹੇ। ਕਹਿੰਦੇ ਹਨ ਵੀ ਜਿੰਨਾ ਚਿਰ ਆਸਾ ਹੈ ਨਾ ਦੁੱਖ ਤੋਂ ਛੁੱਟਣ ਦੀ, ਬਚਣ ਦੀ, ਜੀਂਦੇ ਰਹਿਣ ਦੀ, ਸਦਾ ਸਦਾ ਸਵਸਥ ਰਹਿਣ ਦੀ, ਦੁਨੀਆ ਦੇ ਵਿੱਚ ਬਣੇ ਰਹਿਣ ਦੀ ਚਾਹਤ ਹੈ, ਉਹਨਾਂ ਚਿਰ ਅੰਦੇਸਾ ਵੀ। ਜਿਵੇਂ ਪਿੱਛੇ ਜਿਹੇ ਇੱਕ ਪ੍ਰੇਮੀ ਕਹਿੰਦਾ ਸੀ, ਅਸੀਂ ਜੀਣ ਵਾਸਤੇ ਹੀ ਸੇਫਟੀ ਕਰਦੇ ਹਾਂ, ਵੀ ਸੇਫ ਹੋ ਜੀ, ਆਉਣ ਵਾਲਾ ਜੀਵਨ ਸਾਡਾ ਸੇਫ ਹੋਵੇ, ਤੇ ਸੇਫਟੀ ਵਾਸਤੇ ਅਸੀਂ ਇੰਤਜ਼ਾਮ ਕਰਦੇ, ਸੇਫ ਰਹੀਏ, ਪ੍ਰੋਬਲਮ ਨਾ ਆਵੇ, ਸਮੱਸਿਆ ਨਾ ਆਵੇ। ਇਸ ਕਰਕੇ ਆਦਮੀ ਪੈਸਾ ਇਕੱਠਾ ਕਰਦਾ, ਮਹਿਲ ਮਾੜੀਆਂ ਬਣਾਉਂਦਾ, ਧਨ ਇਕੱਤਰ ਕਰਦਾ, ਸੇਫ ਰਹਿਣ ਵਾਸਤੇ। ਤੇ ਸੇਫ ਰਹਿਣਾ ਹੈ ਸੰਸਾਰ ਵਿੱਚ, ਤੇ ਇਹੋ ਹੀ ਤੇ ਆਸਾ ਹੈ। ਸੇਫ ਰਹਿਣ ਵਾਸਤੇ ਤੁਸੀਂ ਇੰਤਜ਼ਾਮ ਕਰ ਰਹੇ ਹੋ, ਤੇ ਸੇਫ ਰਹਿ ਨਹੀਂ ਸਕਦੇ, ਰਿਹਾ ਹੀ ਨਹੀਂ ਹੈ ਅਜੇ ਤੱਕ ਕੋਈ। ਦੇਖੋ ਕੋਈ ਵੀ ਨਹੀਂ ਰਿਹਾ ਹੈ, ਬੜੇ ਬੜੇ ਕਿਲੇ ਬਣਾਉਣ ਵਾਲੇ ਵੀ ਨਹੀਂ ਸੇਫ ਰਹੇ ਹਨ, ਉਹਨਾਂ ਨੂੰ ਵੀ ਮਰਨਾ ਹੀ ਪਿਆ ਹੈ, ਮਰੇ ਹੀ ਹਨ ਸਾਰੇ, ਗਏ ਹੀ ਹਨ। ਇੱਥੇ ਰਹਿ ਹੀ ਨਹੀਂ ਸਕਦਾ ਕੋਈ ਸਰੀਰ ਕਰਕੇ ਤੇ ਰਹਿ ਨਹੀਂ ਸਕਦਾ। ਇਸ ਕਰਕੇ ਜਿਹੜੇ ਜਾਣਦੇ ਹਨ ਉਹ ਸੇਫ ਰਹਿਣ ਦੀ ਚਿੰਤਾ ਹੀ ਛੱਡ ਦਿੰਦੇ ਹਨ। ਕਹਿੰਦੇ ਰਿਹਾ ਹੀ ਨਹੀਂ ਜਾ ਸਕਦਾ ਸੇਫ, ਤੇ ਫਿਰ ਚਿੰਤਾ ਕਿਉਂ ਕਰਨੀ ਸੇਫ ਰਹਿਣ ਦੀ, ਵੀ ਸੇਫ ਰਹੀਏ। ਜਦੋਂ ਰਿਹਾ ਹੀ ਨਹੀਂ ਜਾ ਸਕਦਾ, ਰਹਿਣਾ ਹੀ ਨਹੀਂ ਹੈ, ਕੋਈ ਵੀ ਨਹੀਂ ਰਹਿੰਦਾ। ਰਾਣਾ ਰਾਵ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਜਦੋਂ ਜਾਣਾ ਹੀ ਹੈ
ਫਿਰ ਸੋਚਣਾ ਕਿਉਂ ਹੈ? ਰਹਿਣ ਵਾਸਤੇ ਸੋਚਣਾ। ਦੱਸ, ਤੇ ਆਦਮੀ ਰਹਿਣ ਵਾਸਤੇ ਸੋਚ ਸੋਚ ਕੇ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ। ਰਹਿਣਾ ਤੇ ਫਿਰ ਵੀ ਨਹੀਂ, ਪਰ ਉਹਦੇ ਨਾਲ ਸੰਸਾਰ ਨਾਲ ਜੁੜ ਜਾਂਦਾ ਹੈ। ਸੋਚ ਸੋਚ ਕੇ ਸੰਸਾਰ ਨਾਲ ਜੁੜੀ ਜਾਂਦਾ, ਬਾਹਰ ਜੁੜੀ ਜਾਂਦਾ, ਸੁਰਤ ਉਹਦੀ ਬਾਹਰ ਜੁੜ ਜਾਂਦੀ। ਤੇ ਆਸਾ ਹੈ ਜਿੰਨਾ ਚਿਰ, ਉਹਨਾਂ ਚਿਰ ਅੰਦੇਸਾ ਵੀ ਹੈ। ਖਿਆਲ ਵਿੱਚ ਰੱਖੋ, ਜਿੰਨਾ ਚਿਰ ਤੁਹਾਨੂੰ ਇੱਛਾ ਹੈ ਜੀਣ ਦੀ, ਚਾਹਤ ਹੈ ਜੀਣ ਦੀ ਸੰਸਾਰ ਦੇ ਵਿੱਚ, ਉਹਨਾਂ ਚਿਰ ਸਮੱਸਿਆਵਾਂ ਵੀ ਆਉਣਗੀਆਂ, ਅੰਦੇਸਾ, ਫਿਕਰ ਵੀ ਆਉਣਗੀ, ਚਿੰਤਾ ਵੀ ਲੱਗੂਗੀ ਵੀ ਪਤਾ ਨਹੀਂ ਕੀ ਬਣੂ ਆਉਣ ਵਾਲੇ ਸਮੇਂ ਦੇ ਵਿੱਚ। ਚਿੰਤਾ ਤੇ ਹੋਈ ਹੈ ਨਾ। ਤੇ ਉਹਨਾਂ ਚਿਰ ਜੋ ਏਕ ਹੈ ਨਾ, ਉਧਰ ਨੂੰ ਨਹੀਂ ਆਦਮੀ ਜਾ ਸਕਦਾ। ਆਸਾ ਭੀਤਰ ਰਹਿ ਨਿਰਾਸਾ, ਤਉ ਨਾਨਕ ਏਕ ਮਿਲੇ। ਕਹਿੰਦੇ ਹਨ ਵੀ ਆਸਾ ਐਸਾ ਵੀ ਨਹੀਂ ਹੈ, ਆਸਾ ਬਿਲਕੁਲ ਛੁੱਟ ਜਾਂਦੀ ਹੈ। ਜੇ ਬਿਲਕੁਲ ਹੀ ਨਾ ਹੋਵੇ ਤੇ ਫਿਰ ਤੇ ਜੀਵਨ ਵੀ ਨਹੀਂ ਹੋ ਸਕਦਾ ਹੈ ਨਾ। ਜੀਵਨ ਵਾਸਤੇ ਥੋੜੀ ਜਿਹੀ ਤੇ ਹੁੰਦੀ ਹੈ। ਪਰ ਉਹ ਵੈਸੇ ਹੀ ਹੁੰਦੀ ਹੈ ਜੈਸੇ ਰਵਿਦਾਸ ਜੀ ਦੀ ਸੀ। ਕਹਿ ਰਵਿਦਾਸ ਆਸ ਲਗ ਜੀਵ, ਚਿਰ ਪਇਓ ਦਰਸ਼ਨ ਦੇਖੇ। ਆਸਾ ਉਹ ਵੀ ਹੈ, ਪਰ ਉਹ ਸੰਸਾਰ ਦੀ ਆਸਾ ਨਹੀਂ ਹੈ। ਸੰਸਾਰ ਵੱਲੋਂ ਤੇ ਵੈਰਾਗ ਹੋ ਗਿਆ, ਨਿਰਾਸ਼ ਹੋ ਗਿਆ। ਆਸਾ ਭੀਤਰ ਰਹੇ ਨਿਰਾਸ, ਨਿਰਾਸ਼ ਹੋ ਗਿਆ ਸੰਸਾਰ ਵੱਲੋਂ। ਉਧਰ ਦੀ ਤੇ ਆਸ ਨਹੀਂ ਹੈ। ਹੁਣ ਨਾ ਸੁੱਖ ਪਾਉਣ ਦੀ ਆਸ ਹੈ, ਨਾ ਸੰਸਾਰ 'ਚ ਕੁਛ ਬਣਨ ਦੀ ਇੱਛਾ ਹੈ, ਨਾ ਚਾਹਤ ਹੈ, ਨਾ ਪਾਉਣ ਦੀ ਚਾਹਤ ਹੈ। ਸੰਸਾਰ ਵੱਲ ਤੇ ਹਟ ਗਏ, ਨਿਰਾਸ਼ ਹੋ ਗਏ। ਪਰ ਉਧਰ ਦੀ ਆਸ ਹੈ। ਉਹਦੇ ਕਰਕੇ ਹੀ ਉਹ ਜੀ ਰਿਹਾ ਹੈ। ਜੀਵਨ ਚੱਲ ਰਿਹਾ ਹੈ ਸਿਰਫ ਇੱਕ ਆਸ ਤੇ। ਕਹਿ ਰਵਿਦਾਸ ਆਸ ਲਗ ਜੀਵ, ਚਿਰ ਪਇਓ ਦਰਸ਼ਨ ਦੇਖੇ। ਤੇਰੇ ਦਰਸ਼ਨ ਦੇਖੇ ਨੂੰ ਬਹੁਤ ਚਿਰ ਹੋ ਗਿਆ। ਬਸ ਤੈਨੂੰ ਦੇਖਣ ਦੀ ਹੀ ਇੱਕ ਚਾਹ ਹੈ। ਆਸਾ ਕਹਿ ਲਈ, ਚਾਹ ਕਹਿ ਲਈ, ਬਸ ਉਹ ਹੀ ਹੈ। ਉਹਦੇ ਕਰਕੇ ਹੀ ਜੀ ਰਿਹਾ। ਹੁਣ ਸੰਸਾਰ ਨੂੰ ਦੇਖਣ ਦੀ ਚਾਹ ਨਹੀਂ ਹੈ, ਸੰਸਾਰ ਨੂੰ ਪਾਉਣ ਦੀ ਚਾਹ ਨਹੀਂ ਹੈ। ਸੰਸਾਰ ਵੱਲੋਂ ਤੇ ਅਚਾਹ ਹੋ ਗਈ, ਨਿਰਾਸ਼ ਹੋ ਗਈ। ਪਰ ਪਰਮਾਤਮਾ ਨੂੰ ਦੇਖਣ ਦੀ, ਜਿਵੇਂ ਕੱਲ ਪਰਸੋਂ ਹੀ ਇੱਕ ਪ੍ਰੇਮੀ ਨੇ ਕਿਹਾ ਸੀ ਨਾ, ਵੀ ਪ੍ਰਕਿਰਤੀ ਦੇ ਵਿੱਚ ਕੁਛ ਐਸਾ ਦੇਖ ਕੇ ਇੱਕਦਮ ਨਿਰਵਿਚਾਰ ਹੋ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਸਕੂਨ ਮਿਲਦਾ ਹੈ। ਉਦੋਂ ਹੀ ਮਿਲਦਾ ਜਦੋਂ ਤੁਹਾਨੂੰ ਕੋਈ ਚੰਗੀ ਚੀਜ਼ ਲੱਗਦੀ ਹੈ, ਤੁਸੀਂ ਖੂਬਸੂਰਤ ਦੇਖਦੇ ਹੋ, ਪ੍ਰਕਿਰਤੀ ਦੇ ਨਜ਼ਾਰੇ ਨੂੰ ਦੇਖਦੇ ਹੋ।
ਐਸਾ ਪ੍ਰਕਿਰਤੀ ਨੂੰ ਦੇਖ ਕੇ ਹੁੰਦਾ ਹੈ। ਪ੍ਰਕਿਰਤੀ ਵੀ ਬੜੀ ਸੁੰਦਰ ਹੈ, ਉਸ ਨਾਲ ਵਜੂ ਹੈ। ਪਰ ਜਿਹਦੇ ਵਿੱਚੋਂ ਇਹ ਪ੍ਰਕਿਰਤੀ ਨਿਕਲ ਰਹੀ ਹੈ ਉਹ ਕਿਤਨਾ ਨਾ ਸੁੰਦਰ ਹੋਵੇਗਾ। ਉਹਦੀ ਸੁੰਦਰਤਾ ਦਾ ਜਵਾਬ ਹੀ ਨਹੀਂ ਹੈ, ਕਲਪਨਾ ਵੀ ਨਹੀਂ ਕਰ ਸਕਦੇ। ਤੁਹਾਨੂੰ ਦੇਖਣ ਦੀ ਚਾਹ, ਤੇ ਜਿੰਨਾ ਚਿਰ ਚਾਹ ਹੁੰਦੀ ਹੈ ਨਾ ਉਹਨੂੰ ਦੇਖਣ ਦੀ, ਉਹਨਾਂ ਚਿਰ ਉਹ ਦਿਖਦਾ ਵੀ ਨਹੀਂ ਹੈ। ਦਰਅਸਲ ਉਹ ਦਿਖਦਾ ਹੀ ਉਦੋਂ ਹੈ ਜਦੋਂ ਚਾਹ ਨਹੀਂ ਹੁੰਦੀ। ਕਹਿ ਭੀਖਣ ਦੋਏ ਨੈਣ ਸੰਤੋਖ, ਜਹ ਦੇਖਾਂ ਤਹ ਸੋਈ। ਜਦੋਂ ਸੰਤੁਸ਼ਟ ਹੋ ਜਾਂਦੇ ਹਨ ਨੈਣ, ਦੇਖਣ ਤੋਂ ਵੀ ਸੰਤੁਸ਼ਟ ਹੋ ਜਾਂਦੇ ਹਨ। ਸੰਸਾਰ ਨੂੰ ਤੇ ਦੇਖਣ ਤੋਂ ਹੋ ਹੀ ਗਏ, ਸੰਸਾਰ ਨੂੰ ਦੇਖਣ ਦੀ ਚਾਹ ਹੈ ਹੀ ਨਹੀਂ। ਫਿਰ ਦੂਸਰੀ ਚਾਹ ਵੀ ਮਿਟ ਜਾਂਦੀ ਹੈ, ਉਹ ਅਖੀਰ 'ਚ ਮਿਟਦੀ ਹੈ। ਤੇ ਕਹਿੰਦੇ ਹਨ ਵੀ ਆਸਾ ਭੀਤਰ ਰਹੇ ਨਿਰਾਸਾ। ਸੰਸਾਰ ਤੋਂ ਨਿਰਾਸ਼ ਰਹੇ ਫਿਰ ਵੀ ਪ੍ਰਮਾਤਮਾ ਵੱਲ ਤੇ ਆਸ ਹੋਵੇਗੀ ਨਾ। ਇੱਧਰੋਂ ਨਿਰਾਸ਼ ਹੁੰਦਾ ਹੈ ਤੇ ਉੱਧਰ ਆਸ ਹੁੰਦੀ ਹੈ। ਭਾਵ ਕਿ ਆਸਾ ਉਹਦੀ ਐਸੀ ਨਹੀਂ ਹੁੰਦੀ ਹੈ ਵੀ ਉਹ ਲੰਮੀ ਚੌੜੀ ਸੋਚਦਾ ਹੈ ਜੀਵਨ ਵਾਸਤੇ, ਨਹੀਂ। ਆਸਾ ਉਹਦੀ ਐਸੀ ਹੁੰਦੀ ਹੈ ਜੇ ਮਿਲ ਜਾਵੇ ਠੀਕ ਹੈ, ਨਾ ਮਿਲੇ ਤਾਂ ਵੀ ਠੀਕ ਹੈ। ਜੇ ਚੰਗਾ ਮਿਲੇ ਤਾਂ ਵੀ ਰਾਜੀ, ਜੇ ਘੱਟ ਮਿਲੇ ਤਾਂ ਵੀ ਰਾਜੀ, ਜੇ ਬਹੁਤਾ ਮਿਲੇ ਤਾਂ ਵੀ ਰਾਜੀ। ਰਾਜ ਕਰਾਵੇ ਜਾਂ ਭੀਖ ਮੰਗਾਵੇ ਕਿਆ ਘਟ ਜਾਏ। ਰਾਜ ਕਰਾਵੇ ਕੌਣ ਵਡਾਈ, ਭੀਖ ਮੰਗਾਵੇ ਕਿਆ ਘਟ ਜਾਏ। ਬਸ ਉਹ ਹਰ ਸਥਿਤੀ 'ਚ ਸੰਤੁਸ਼ਟ ਹੁੰਦਾ ਹੈ, ਰਜਾ ਦੇ ਵਿੱਚ ਰਾਜੀ। ਉਹ ਕਹਿੰਦਾ ਹੈ ਦੁੱਖ ਆ ਜਾਣ ਤਾਂ ਤੇਰੀ ਮੌਜ ਹੈ, ਸੁੱਖ ਆ ਜਾਣ ਤਾਂ। ਉਹ ਆਸਾ ਨਹੀਂ ਬੰਨ੍ਹਦਾ ਹੈ, ਲੰਮੀ ਚੌੜੀ ਨਹੀਂ ਸੋਚਦਾ ਭਵਿੱਖ ਬਾਰੇ। ਆਸਾ ਇੱਛਾ ਨਹੀਂ ਕਰਦਾ ਹੈ, ਚਾਹਤ ਨਹੀਂ ਕਰਦਾ ਹੈ, ਵਾਸ਼ਨਾ ਨਹੀਂ ਕਰਦਾ। ਇਹੋ ਹੀ ਖਾਈ ਹੈ ਚਾਰ ਛਪੇਰ, ਇਹੋ ਹੀ ਖਾਈ ਹੈ ਨਾ। ਵਾਸ਼ਨਾਵਾਂ ਦੀ, ਕਾਮਨਾਵਾਂ ਦੀ, ਚਾਹਤ ਦੀ, ਇਹਦੇ ਵਿੱਚ ਤੁਸੀਂ ਬੈਠੇ ਹੋ। ਇੰਦਰੀਆਂ ਦੁਆਰਾ ਚਾਹਤਾਂ, ਵਾਸ਼ਨਾਵਾਂ, ਕਾਮਨਾਵਾਂ ਭੋਗਣ ਦੀ ਇੱਛਾ। ਕਿਸੇ ਨੂੰ ਖੂਬਸੂਰਤ ਦੇਖਣ ਦੀ ਇੱਛਾ ਹੁੰਦੀ, ਉਹ ਦੇਖਣ ਵਿੱਚ ਹੀ ਲੱਗਾ ਰਹਿੰਦਾ, ਬੈਠ ਕੇ ਕਿਨਾਰੇ ਕਈ ਦੇਖਦੇ ਹੀ ਰਹਿੰਦੇ ਕੁਛ ਨਾ ਕੁਛ। ਕਈਆਂ ਨੂੰ ਸੁਣਨ ਦੀ ਵਾਸ਼ਨਾ ਹੁੰਦੀ, ਉਹ ਸੁਣਦੇ ਰਹਿੰਦੇ ਹਨ। ਕਈਆਂ ਨੂੰ ਜੀਭ ਦੀ ਵਾਸ਼ਨਾ ਹੁੰਦੀ ਹੈ, ਉਹ ਖਾਣ ਵਾਲੇ ਖਿਆਲ ਰੱਖਦੇ ਆ। ਤੇ ਹਰ ਇੱਕ ਦੀ ਵਾਸ਼ਨਾ ਬਾਹਰ ਲੈ ਕੇ ਜਾਂਦੀ, ਬਾਹਰ ਭਟਕਾਉਂਦੀ ਹੈ। ਆਦਮੀ ਸੁੱਖ ਪਾਉਣਾ ਪਾਉਂਦਾ ਹੈ। ਸੁੱਖ ਸੁਭਾਵਿਕ ਹੈ, ਸੁੱਖ ਤੁਹਾਡੇ ਅੰਦਰ ਹੈ, ਬਾਹਰ ਨਹੀਂ। ਬਾਹਰ ਦੇ ਸੁੱਖ ਦੀ ਆਸ਼ਾ ਤੁਹਾਨੂੰ ਬਾਹਰ ਭਟਕਾਉਂਦੀ, ਮਿਲਦਾ ਨਹੀਂ ਹੈ। ਬਾਹਰਲਾ ਸੁੱਖ ਮਿਲਦਾ ਕਿੱਥੇ ਹੈ, ਕਿਸੇ ਨੂੰ ਮਿਲਿਆ ਹੈ ਹਜੇ ਤੱਕ। ਖਿਆਲ ਹੈ ਤੁਹਾਨੂੰ, ਸੁਪਨੇ ਦੀ ਨਿਆਈ ਕਦੇ ਕਦੇ ਮਿਲ ਜਾਂਦਾ, ਜਿਵੇਂ ਸੁਪਨੇ ਦੇ ਵਿੱਚ ਤੁਸੀਂ ਭੋਜਨ ਰਾਜ ਮਹਿਲ ਦੇ ਵਿੱਚ ਨਿਮੰਤਰਣ ਮਿਲ ਜਾਵੇ ਤੇ ਤੁਸੀਂ ਭੋਜਨ ਖਾ ਲਓ ਉੱਥੇ ਜਾ ਕੇ ਤੇ ਸੁੱਖ ਮਿਲ ਗਿਆ। ਏਦਾਂ ਹੀ ਸੰਸਾਰ ਦਾ ਸੁੱਖ, ਸੁਪਨੇ ਦੀ ਨਿਆਈ। ਸਵਾਦਿਸ਼ਟ ਭੋਜਨ ਖਾ ਲਿਆ ਤੁਸੀਂ, ਕਹਿੰਦੇ ਬੜਾ ਮਜ਼ਾ ਆਇਆ। ਦੱਸੋ, ਕੁਛ ਵੀ ਨਹੀਂ। ਤੇ ਜਿਨ੍ਹਾਂ ਨੇ ਸੁੱਖ ਦੀ ਚਾਹ ਛੱਡ ਦਿੱਤੀ, ਜਿਨ੍ਹਾਂ ਨੇ ਜਾਣਿਆ ਤੇ ਸੁੱਖ ਮਿਲਦਾ ਨਹੀਂ, ਸੁੱਖ ਮੰਗ ਤੇ ਦੁੱਖ ਆਗਲੇ ਆਵੇ, ਸੋ ਸੁੱਖ ਹਉ ਨਾ ਮੰਗਿਆ ਪਾਵੇ। ਤੇ ਦੁੱਖ ਹੀ ਆਉਂਦਾ ਤੇ ਦੁੱਖ ਤੋਂ ਬਚਣ ਦੀ ਇੱਛਾ ਨਹੀਂ।
ਨਾ ਸੁਖ ਨੂੰ ਪਾਉਣ ਦੀ ਇੱਛਾ, ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਨਾ ਹੀ ਮਾਨ ਅਪਮਾਨ। ਤੇ ਜਿਹਨੂੰ ਸੁਖ ਪਾਉਣ ਦੀ ਇੱਛਾ ਨਹੀਂ ਹੈ, ਚਾਹਤ ਨਹੀਂ ਹੈ ਸੰਸਾਰ ਵਿੱਚ, ਉਹੋ ਹੀ ਆਸਾ ਛੱਡ ਸਕਦਾ ਹੈ। ਅੰਦੇਸਾ ਤੋਂ ਮੁਕਤ ਵੀ ਉਹੋ ਹੀ ਸਕਦਾ ਹੈ। ਚਿੰਤਾ ਫਿਕਰ ਚੋਰੇ, ਪਰੇਸ਼ਾਨੀਆਂ ਤੋਂ ਮੁਕਤ। ਕਹਿੰਦੇ ਹਨ ਆਸਾ ਭੀਤਰ ਰਹੇ ਨਿਰਾਸਾ, ਤਉ ਨਾਨਕ ਏਕ ਮਿਲੇ। ਜਿਹੜਾ ਆਸਾ ਦੇ ਵਿੱਚ ਨਿਰਾਸ਼ ਰਹਿੰਦਾ, ਨਾ ਉੱਥੇ ਆਸਾ ਹੈ ਨਾ ਉੱਥੇ ਨਿਰਾਸ਼ਾ ਹੈ, ਜਿਹਦੇ ਕੋਲ ਦੋਵੇਂ ਨਹੀਂ ਰਹਿ ਜਾਂਦੀਆਂ। ਦਰਅਸਲ ਜਿਹੜਾ ਨਿਰਾਸ਼ ਹੈ ਉਹ ਸੰਸਾਰ ਵੱਲੋਂ ਨਿਰਾਸ਼ ਹੋ ਗਿਆ ਨਾ, ਇੱਕ ਪਹਿਲੂ ਛੁੱਟ ਗਿਆ। ਤੇ ਜਿਹਦੇ ਦੋਵੇਂ ਪਹਿਲੂ ਛੁੱਟ ਗਏ, ਆਸਾ ਵੀ ਨਿਰਾਸ਼ਾ ਵੀ, ਤੇ ਆਸਾ ਨਿਰਾਸ਼ਾ ਕਿਹਦੀਆਂ ਛੁੱਟਦੀਆਂ ਹਨ? ਜਿਹਦੀਆਂ ਸੰਸਾਰ ਦੇ ਵਿੱਚ ਚਾਹਤਾਂ ਛੁੱਟ ਜਾਂਦੀਆਂ ਹਨ, ਜੀਣ ਦੀ ਇੱਛਾ, ਵਾਸ਼ਨਾ, ਕਾਮਨਾ, ਚਾਹ, ਆਸਾ ਕਹਿ ਲਈ। ਆਸਾ ਛੁੱਟ ਗਈ, ਹੁਣ ਕੁਛ ਵੀ ਨਹੀਂ ਚਾਹੀਦਾ ਸੰਸਾਰ ਵਿੱਚ। ਸੰਸਾਰ ਵਿੱਚੋਂ ਉਪਰਾਮ ਹੋ ਗਈ, ਹੁਣ ਸੰਸਾਰ ਵਿੱਚ ਨਹੀਂ ਦੇਖਦਾ, ਦ੍ਰਿਸ਼ਟੀ ਪਲਟਾ ਲਈ। ਹੁਣ ਜਾਣਾ ਹੀ ਨਹੀਂ ਸੰਸਾਰ ਵਿੱਚ, ਦੇਖਣਾ ਕੀ ਕਰਨ ਨੂੰ? ਨਾ ਸੰਸਾਰ ਦੀ ਸੁਣਨੀ ਹੈ ਨਾ ਦੇਖਣੀ ਹੈ, ਨਾ ਸੰਸਾਰ ਵੱਲ ਨੂੰ ਬੋਲਣਾ। ਛੱਡੋ ਪਰ ਵਾਪਸ। ਇਨ ਬਿਧ ਸਾਗਰ ਤਰੀਏ, ਜੀਵ ਤਿਉ ਮਰੀਏ। ਕਹਿੰਦੇ ਏਦਾਂ ਸਾਗਰ ਤਰੀਦਾ। ਤੇ ਅਗਨ ਦਾ ਜਿਹੜਾ ਸਾਗਰ ਹੈ ਨਾ, ਇਹ ਏਦਾਂ ਤਰੀਦਾ ਹੈ। ਤੇ ਜਦੋਂ ਤੁਸੀਂ ਆਸਾ ਛੱਡੋਗੇ, ਉਦੋਂ ਤੁਹਾਨੂੰ ਉਸ ਖਾਈ ਦੇ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖਿਆਲ ਵਿੱਚ ਰੱਖਣਾ, ਕਿਉਂਕਿ ਸੰਸਾਰ ਦੀ ਆਸਾ ਛੱਡਿਆ ਹੀ ਸੰਸਾਰ ਵਿਰੋਧ ਕਰੇਗਾ। ਉਸ ਖਾਈ ਦੇ ਵਿੱਚ ਦੀ ਤੁਸੀਂ ਗੁਜ਼ਰ ਨੂੰ ਤਿਆਰ ਹੋ ਗਏ ਵੀ ਇਹ ਹੁਣ ਗੁਜ਼ਰਨਾ ਹੀ ਪੈਣਾ ਹੈ, ਤਰਨਾ ਹੀ ਪੈਣਾ ਹੈ। ਪਾਵਕ ਸਾਗਰ ਅਥਾਹ ਲਹਿਰ, ਤਾਰੋ ਤਾਰਨਾ। ਜੇ ਤੁਸੀਂ ਤਰਨ ਨੂੰ ਤਿਆਰ ਹੋ ਗਏ ਤਾਂ ਅਗਲਾ ਫਿਰ ਤਾਰਨ ਨੂੰ ਵੀ ਤਿਆਰ ਹੋ ਜਾਂਦਾ, ਕਹਿੰਦਾ ਕੋਈ ਗੱਲ ਆ ਜਾਓ ਫਿਰ। ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ। ਊਂਚਾ ਨਹੀਂ ਕਹਿਣਾ ਮਨ ਮੇਂ ਰਹਿਣਾ, ਆਪੇ ਜਾਣੇ ਆਪ ਕਰੇ। ਕਹਿੰਦੇ ਹਨ ਕਿ ਉੱਚਿਆ ਨਹੀਂ ਕਹਿਣਾ ਹੈ, ਭਾਵ ਕਿ ਬਹੁਤਾ ਰੌਲਾ ਨਹੀਂ ਪਾਉਣਾ ਹੈ। ਕੋਈ ਸੁਣਨ ਵਾਲਾ ਨਹੀਂ ਹੈ, ਸੁਣਨ ਵਾਲੇ ਬਹੁਤ ਥੋੜੇ ਹਨ। ਫਿਰ ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ। ਕਹਿੰਦੇ ਹਨ ਕਿੰਨੇ ਕੁ ਉਹਦੇ ਨਾਮ ਹਨ, ਭਾਵ ਕਿ ਕਿੰਨੇ ਕੁ ਉਹਦੇ ਮਾਰਗ ਹਨ, ਉਹਨਾਂ ਦਾ ਅੰਤ ਨਹੀਂ ਜਾਣਿਆ, ਜਾਣਿਆ ਨਹੀਂ ਜਾ ਸਕਦਾ। ਤੁਮ ਸਰ ਨਾਹੀ ਅਵਰ ਹਰਿ, ਉਹਨਾਂ ਵਰਗਾ ਕੋਈ ਨਹੀਂ ਹੈ, ਪ੍ਰਮਾਤਮਾ ਵਰਗਾ ਕੋਈ ਨਹੀਂ। ਕਿੰਤੇ ਨਾਮਾ ਅੰਤ ਨਾ ਜਾਣਿਆ, ਵੀ ਉਹਨਾਂ ਦੇ ਰਸਤਿਆਂ ਦਾ ਕੋਈ ਅੰਤ ਨਹੀਂ ਹੈ ਪ੍ਰਮਾਤਮਾ ਦੇ, ਬੇਅੰਤ ਮਾਰਗ ਹਨ। ਤੇ ਇਹ ਇੱਕ ਮਾਰਗ ਦੀ ਚਰਚਾ ਹੈ, ਆਸਾ ਛੱਡਣੀ, ਇੱਛਾ ਛੱਡਣੀ, ਚਾਹਤ ਛੱਡਣੀ। ਕੋਈ ਇਸ ਮਾਰਗ ਥਾਣੀ ਜਾ ਸਕਦਾ ਹੈ।
ਤਿਆਗ ਸਕਦਾ ਹੈ ਇੱਛਾਵਾਂ ਕਾਮਨਾ, ਆਉਣ ਵਾਲੇ ਸਮੇਂ 'ਚ ਧਿਆਨ ਹਟਾ ਸਕਦਾ ਹੈ। ਵਾਸ਼ਨਾ ਕਰਕੇ ਜਾ ਰਿਹਾ ਹੈ ਨਾ ਅੱਗੇ ਸਮੇਂ 'ਚ ਧਿਆਨ ਆਸਾ ਕਰਕੇ, ਤੇ ਕੋਈ ਇਹ ਹਟਾ ਸਕਦਾ ਹੈ, ਕੋਈ ਇਸ ਮਾਰਗ ਥਾਣੀ ਵੀ ਜਾ ਸਕਦਾ, ਤੇ ਉਹਦੇ ਮਾਰਗ ਬੇਅੰਤ ਹਨ। ਨਾਮ ਦਾ ਅਰਥ ਮਾਰਗ ਵੀ ਹੁੰਦਾ ਹੈ, ਬੇਅੰਤ ਮਾਰਗ। ਜਿਵੇਂ ਇੱਕ ਬਹੁਤ ਉੱਚੀ ਚੋਟੀ ਹੁੰਦੀ ਹੈ ਨਾ, ਉਹਦੇ ਚਾਰ ਚੁਫੇਰੇ ਤੇ ਬਹੁਤ ਰਸਤੇ ਹਨ, ਕਿਸੇ ਰਸਤੇ ਥਾਣੀ ਵੀ ਤੁਸੀਂ ਜਾ ਸਕਦੇ। ਪਰ ਜਿਹੜਾ ਚੋਟੀ ਤੇ ਗਿਆ ਹੋਇਆ ਹੈ ਉਹਨੂੰ ਸਾਰੇ ਰਸਤਿਆਂ ਦਾ ਪਤਾ ਹੁੰਦਾ, ਇਸ ਕਰਕੇ ਉਹ ਬਹੁਤ ਸਾਰੇ ਰਸਤਿਆਂ ਦੀ ਗੱਲ ਕਰ ਦਿੰਦਾ ਹੈ। ਪਰ ਰਸਤਿਆਂ ਤੇ ਚੱਲਣਾ ਤੁਸੀਂ ਹੈ। ਚੱਲੋ, ਕਿਸੇ ਰਸਤੇ ਤੇ ਵੀ ਚੱਲੋ, ਚੱਲੋ, ਚੱਲ ਕੇ ਤੁਸੀਂ ਆਓਗੇ ਨਾ। ਤੇ ਤੁਸੀਂ ਚੱਲਣ ਨੂੰ ਤਿਆਰ ਹੋ, ਤੁਸੀਂ ਤਰਨ ਨੂੰ ਤਿਆਰ ਹੋ, ਤੁਸੀਂ ਨਿਕਲਣ ਨੂੰ ਤਿਆਰ ਹੋ ਅਗਨ ਸਾਗਰ ਦੇ ਵਿੱਚ। ਦੇਖੋ ਫਿਰ ਜਿੰਨਾ ਜਿੰਨਾ ਅਗਨ ਸਾਗਰ ਦੇ ਵਿੱਚ ਤੁਸੀਂ ਆਸਾ ਕਰੀ ਗਏ, ਇੱਛਾਵਾਂ ਕਰੀ ਗਏ, ਚਾਹਤਾਂ ਕਰੀ ਗਏ, ਓਨੇ ਹੀ ਤੁਸੀਂ ਹੋਰ ਅੱਗੇ ਚਲੇ ਜਾਵੋਗੇ। ਜਿੰਨਾ ਅੱਗੇ ਚਲੇ ਗਏ ਓਨਾ ਫਿਰ ਵਾਪਸ ਮੁੜਨਾ ਵੀ ਔਖਾ ਹੋ ਜਾਵੇਗਾ ਨਾ। ਖਾਈ ਚੌੜੀ ਹੁੰਦੀ ਜਾਂਦੀ ਰੋਜ਼ ਰੋਜ਼, ਤੁਸੀਂ ਅੱਗੇ ਨੂੰ ਤੁਰੇ ਜਾਓਗੇ ਤੇ ਖਾਈ ਨੇ ਚੌੜੀ ਹੁੰਦੀ ਜਾਣਾ। ਜਿੰਨੀ ਛੇਤੀ ਮੁੜ ਆਵੋਗੇ ਓਨੀ ਛੋਟੀ ਖਾਈ ਲੰਘਣੀ ਪਵੇਗੀ। ਇਹੋ ਮੈਂ ਕਹਿੰਦਾ ਹੁੰਦਾ, ਜਿਹੜਾ ਛੋਟੀ ਉਮਰ 'ਚ ਲੱਗ ਜਾਂਦਾ ਹੈ ਉਹਨੂੰ ਥੋੜ੍ਹੀ ਜਿਹੀ ਖਾਈ ਲੰਘਣੀ ਪੈਂਦੀ। ਜਿਹੜਾ ਜ਼ਿਆਦਾ ਅੱਗੇ ਚਲੇ ਜਾਂਦਾ ਹੈ ਉਹਨੂੰ ਫਿਰ ਬਹੁਤ ਲੰਬੀ ਖਾਈ ਪਾਰ ਕਰਨੀ ਪਵੇਗੀ, ਪਰ ਫਿਰ ਵੀ ਪਹੁੰਚ ਸਕਦਾ ਹੈ। ਗੁਰੂ ਅਮਰਦਾਸ ਜੀ ਪਹੁੰਚ ਹੀ ਗਏ ਸਨ, ਉਸ ਰਸਤੇ ਥਾਣੀ ਵੀ ਪਹੁੰਚ ਸਕਦੇ। ਤੇ ਕੋਈ ਚੱਲੇਗਾ ਤੇ ਜ਼ਰੂਰ ਪਹੁੰਚੇਗਾ। ਕਿਨ ਬਿਦ ਸਾਗਰ ਤਰੀ, ਜੀਵਤਿਆਂ ਯੋ ਮਰੀ।